जुगो जुग अटल श्री गुरु ग्रंथ साहिब महाराज जी की निੱਘੀ ਤੇ ਮਿੱਠੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ। ਸਾਡਾ ਅੱਜ ਦਾ ਲੇਖ ਹੈ ਜੀ ਲੇਖ ਨੰਬਰ 5, ਥਿਰ ਘਰ ਬੈਸੋ ਹਰ ਜਨ ਪਿਆਰੇ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਥਿਰ ਘਰ ਬੈਸੋ ਹਰ ਜਨ ਪਿਆਰੇ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸਵਾਰੇ। ਗੁਰਬਾਣੀ ਦੀਆਂ ਇਨ੍ਹਾਂ ਪੰਕਤੀਆਂ ਦੇ ਸਧਾਰਨ ਅਰਥ ਗੁਰੂ ਸਾਹਿਬ ਆਪਣੇ ਗੁਰਸਿੱਖਾਂ ਹਰ ਜਨ ਪਿਆਰਿਆਂ ਪ੍ਰਤੀ ਉਪਦੇਸ਼ ਦਿੰਦੇ ਹਨ ਕਿ ਆਪਣੇ ਮਨ ਨੂੰ ਆਪਣੇ ਥਿਰ ਘਰ ਅਥਵਾ ਆਤਮਾ ਵਿੱਚ ਟਿਕਾ ਕੇ ਬੈਠਾ ਰਹੇ ਤਾਂ ਸਤਿਗੁਰੂ ਤੇਰੇ ਕਾਜ ਸਵਾਰ ਦੇਵੇਗਾ। ਇਹ ਗੱਲ ਹੈ ਤਾਂ ਸਿੱਧੀ ਸਾਦੀ, ਪਰ ਇਸ ਵਿੱਚ ਅਤਿਅੰਤ ਡੂੰਘੇ ਆਤਮਿਕ ਭੇਦ ਛੁਪੇ ਹੋਏ ਹਨ। ਇਸ ਲਈ ਇਹਨਾਂ ਗੁਪਤ ਆਤਮਿਕ ਭੇਦਾਂ ਨੂੰ ਖੋਲ੍ਹਣ ਲਈ ਅਤ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਕੀ ਭੇਦ ਹੈ ਇਹਦੇ ਵਿੱਚ? ਕਹਿੰਦੇ ਪਹਿਲੀ ਪੰਕਤੀ ਦੇ ਮੁੱਢਲੇ 3 ਅੱਖਰ ਥਿਰ ਘਰ ਬੈਸੋ, ਇਹਦੀ ਅੰਤਰੀਵ ਭਾਵਾਂ ਤੇ ਗੁੱਝੇ ਭੇਦਾਂ ਦੀ ਵੱਖ-ਵੱਖ ਵਿਚਾਰ ਇਉਂ ਕੀਤੀ ਜਾਂਦੀ ਹੈ। ਥਿਰ ਅੱਖਰ ਇਸ ਪੰਕਤੀ ਵਿੱਚ ਘਰ ਅੱਖਰ ਦਾ ਵਿਸ਼ੇਸ਼ਣ ਹੈ। ਕਿਹੜਾ ਘਰ? ਥਿਰ ਘਰ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸਾਨੂੰ ਗੁਰਬਾਣੀ ਪ੍ਰੇਰਨਾ ਕਰਦੀ ਹੈ ਕਿ ਅਸੀਂ ਆਪਣੇ ਮਨ ਨੂੰ ਐਸੇ ਘਰ 'ਚ ਟਿਕਾ ਲਈਏ ਜੋ ਕਿ ਸਦੀਵੀ, ਨਿਹਚਲ, ਸਥਿਰ, ਅਹਿਲ, ਅਟਲ ਅਤੇ ਅਚਲ ਹੈ। ਪਰ ਸਾਡੇ ਬਾਹਰਮੁਖੀ ਦਿਮਾਗੀ ਗਿਆਨ ਅਨੁਸਾਰ ਅਸੀਂ ਇੱਟਾਂ, ਗਾਰੇ, ਸੀਮੰਟ, ਲੱਕੜਾਂ ਆਦਿ ਨਾਲ ਬਣੇ ਹੋਏ ਦ੍ਰਿਸ਼ਟਮਾਨ ਘਰਾਂ ਨੂੰ ਹੀ ਆਪਣਾ ਨਿਜ ਘਰ ਅਥਵਾ ਥਿਰ ਘਰ ਸਮਝੀ ਬੈਠੇ ਹਾਂ। ਹੁਣ ਇਹ ਘਰ ਜੋ ਇੱਟਾਂ ਗਾਰੇ ਦੇ ਬਣੇ ਹਨ, ਇਹ ਦਿਸਣਹਾਰ ਘਰ ਸਦੀਵੀ ਬਦਲਦੇ ਤੇ ਢਹਿੰਦੇ ਰਹਿੰਦੇ ਹਨ। ਇਸ ਲਈ ਇਹ ਨਾਸ਼ਵੰਤ ਘਰ ਥਿਰ ਘਰ ਅਥਵਾ ਨਿਜ ਘਰ ਨਹੀਂ ਅਖਵਾ ਸਕਦੇ। ਇਸ ਤੇ ਉਲਟ ਗੁਰਬਾਣੀ 'ਚ ਦੱਸੇ ਹੋਏ ਆਤਮਕ ਮੰਡਲ ਦੇ ਥਿਰ ਘਰ ਅਥਵਾ ਨਿਜ ਘਰ ਦੇ ਸਥਿਰ, ਨਿਹਚਲ, ਅਹਿਲ, ਅਚਲ, ਅਟਲ, ਅਬਨਾਸੀ, ਅਦ੍ਰਿਸ਼ਟ ਘਰ ਵੱਲ ਇਸ਼ਾਰਾ ਹੈ। ਇਸ ਲਈ ਸਾਡੇ ਮਨੋਕਲਪਤ ਅਥਵਾ ਦ੍ਰਿਸ਼ਟਮਾਨ ਨਾਸ਼ਵੰਤ ਘਰ ਅਤੇ ਆਤਮ ਮੰਡਲ ਦੇ ਥਿਰ ਘਰ, ਇਹਨਾਂ ਦੋਹਾਂ ਦਾ ਨਿਖੇੜਵਾਂ ਗਿਆਨ, ਸੋਝੀ ਜਾਂ ਨਿਰਣਾ ਕਰਨ ਦੀ ਲੋੜ ਹੈ। ਇਸ ਨਿਰਣੇ ਦੀ ਖੋਜ ਕਰਨ 'ਚ ਗੁਰਬਾਣੀ ਸਾਡੀ ਇਉਂ ਸਹਾਇਤਾ ਕਰਦੀ ਹੈ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੇ। ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਨ, ਓਆ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਨ। ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕੱਛ ਤੇਰਾ। ਹੁਣ ਇਸ ਤੇ ਐਨ ਉਲਟ ਗੁਰਬਾਣੀ ਵਿੱਚ ਥਿਰ ਘਰ ਅਥਵਾ ਨਿਜ ਘਰ ਦੀ ਸੋਹਣੀ ਤਸਵੀਰ ਇਉਂ ਖਿੱਚੀ ਹੈ। ਨਾਨਕ ਬੱਦਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਮੁਕਾਮ ਤਿਸਨੋ ਆਖੀਐ, ਜਿਸ ਤਿਸ ਨਾ ਹੋਵੀ ਲੇਖ। ਅਸਮਾਨ ਧਰਤੀ ਚਲਸੀ, ਮੁਕਾਮ ਉਹੀ ਏਕ। बेगमपुरा शहर को नाव, दूक अंदो नहीं तै ठाओ। ਇਸ ਆਤਮ ਮੰਡਲ ਦੇ ਥਿਰ ਘਰ ਨੂੰ ਗੁਰਬਾਣੀ 'ਚ ਹੋਰ ਕਈ ਨਾਵਾਂ ਨਾਲ ਨਿਵਾਜਿਆ ਗਿਆ ਹੈ, ਜਿਵੇਂ ਕਿ ਸੱਚਖੰਡ, ਦਰ ਘਰ, ਹਰ ਦਰ, ਨਿਹਚਲ ਆਸਨ, ਨਿਜ ਘਰ, ਨੇਚਲ ਸੱਚ ਥਾਨਾ, ਅਨਪਉ ਨਗਰ, ਬੇਗਮਪੁਰਾ, ਹਰ ਕਾ ਤਾਮ, ਆਪਨੜਾ ਘਰ, ਸੂਖ ਮਹਿਲ, ਬੈਕੁੰਠ ਨਗਰ, ਅਬਚਲ ਨਗਰ, ਸੰਤ ਮੰਡਲ, ਸਹਿਜ ਘਰ, ਅਬਿਨਾਸੀ ਮਹਿਲ ਆਦਿ। ਸੱਚਖੰਡ ਵਸੈ ਨਿਰੰਕਾਰ, ਨਾਨਕ ਦਰ ਘਰ ਏਕ ਹੈ, ਅਵਰ ਨਾ ਦੂਜੀ ਜਾਏ। ਇਹਨਾਂ ਦੋਹਾਂ ਘਰਾਂ ਅਥਵਾ ਦ੍ਰਿਸ਼ਟਮਾਨ ਨਾਸ਼ਵੰਤ ਘਰ ਅਤੇ ਅਨੁਭਵੀ ਨਿਜ ਘਰ ਦੀ ਬਾਬਤ ਸਪਸ਼ਟ ਨਿਖੜਵਾਂ ਗਿਆਨ, ਨਿਸ਼ਚਾ ਤੇ ਨਿਰਣਾ ਹੋਣਾ ਲਾਜ਼ਮੀ ਹੈ। ਹੁਣ ਇਹ ਨਿਜ ਘਰ, ਅਬਚਲ ਨਗਰ, ਬੇਗਮਪੁਰਾ, ਇਹ ਨਾਨਕ ਮੰਡਲ,
ਇਹ ਪ੍ਰੀਤ ਦੇਸ਼, ਹਾਂਜੀ ਇਹ ਨਾਮ ਰਸ ਦਾ ਦੇਸ਼, ਇਹ ਪ੍ਰੇਮ ਸੁਪਨਾ ਦਾ ਇਲਾਹੀ ਕੋਡ, ਅਬਚਲੀ ਜੋਤ ਦਾ ਦੇਸ਼। ਇਹ ਕਿਤੇ ਧਰਤੀ ਉੱਤੇ ਨਹੀਂ, ਆਕਾਸ਼ਾਂ ਉੱਤੇ ਨਹੀਂ, ਪੁਲਾੜ ਅੰਦਰ ਨਹੀਂ, ਪਤਾਲਾਂ ਹੇਠ ਲੁਕਿਆ ਨਹੀਂ ਹੋਇਆ। ਕਹਿੰਦੇ ਨਾ ਹੀ ਇਹ ਥਿਰ ਘਰ ਇੱਟਾਂ, ਗਾਰੇ, ਸੀਮੰਟ, ਪੱਥਰ, ਸੰਗਮਰਮਰ, ਲੱਕੜਾਂ ਆਦਿ ਦਾ ਬਣਿਆ ਹੋਇਆ ਹੈ। ਫਿਰ ਕੀ ਹੈ? ਇਹ ਤਾਂ ਪ੍ਰਕਾਸ਼ ਰੂਪ, ਸ਼ਬਦ ਰੂਪ, ਰਸ ਰੂਪ, ਪ੍ਰੀਤ ਖਿੱਚ, ਪਿਆਰ ਮਸਤੀ, ਪ੍ਰੇਮ ਸੁਪਨਾ। ਹਾਂਜੀ ਇਹ ਘਰ ਕੀ ਹੈ? ਪਿਆਰ ਮਸਤੀ, ਪ੍ਰੇਮ ਸੁਪਨਾ, ਜੋਤ ਵਿਗਾਸ, ਅਨਹਦ ਧੁਨੀ, ਨਾਮ ਰੂਪ, ਸ਼ਬਦ ਰੂਪ ਹੈ। ਤੇ ਸਾਡੇ ਸਰੀਰ ਵਿੱਚ ਅੰਤਰ ਆਤਮੇ ਲੁਕਿਆ ਹੋਇਆ ਹੈ। ਕਾਇਆ ਨਗਰੀ ਸ਼ਬਦੇ ਖੋਜੇ, ਨਾਮ ਨਵੰਗ ਨਿਧ ਪਾਈ। ਉਸ ਆਤਮਕ ਦੇਸ਼ ਅਥਵਾ ਬੇਗਮਪੁਰਾ ਵਿੱਚ ਵਸਣ ਲਈ ਪੰਜ ਭੂਤਕ ਸਰੀਰ, ਇਹ ਦੁਨਿਆਵੀ ਘਰ ਜਾਂ ਸਰੀਰ ਨੂੰ ਤਿਆਗਣ ਦੀ ਲੋੜ ਨਹੀਂ, ਕਿਉਂਕਿ ਉਹ ਨਿਰੰਕਾਰ ਦਾ ਦੇਸ਼ ਅਤ ਸੂਖਮ ਹੈ। ਉਹ ਸਾਡੇ ਬੁੱਧੀ ਮੰਡਲ ਦੀ ਸੋਚ ਵਿਚਾਰ ਦੀ ਪਕੜ ਵਿੱਚ ਨਹੀਂ ਆ ਸਕਦਾ। ਉਹ ਕਿਵੇਂ ਬੁੱਝਿਆ ਜਾਵੇਗਾ? ਕਹਿੰਦੇ ਇਹ ਤਾਂ ਸਿਰਫ ਅਨੁਭਵ ਪ੍ਰਕਾਸ਼ ਦੁਆਰਾ ਹੀ ਬੁੱਝਿਆ ਜਾਂ ਪਹਿਚਾਨਿਆ ਜਾ ਸਕਦਾ ਹੈ। ਹੁਣ ਇਸ ਸਰੀਰ ਵਿੱਚ ਰਹਿੰਦਿਆਂ, ਇਹਨਾਂ ਨਾਸ਼ਵੰਤ ਘਰਾਂ ਵਿੱਚ ਰਹਿੰਦਿਆਂ ਹੋਇਆਂ ਵੀ ਅਸੀਂ ਬੇਗਮਪੁਰੇ ਦੇ ਵਾਸੀ ਕਿਵੇਂ ਬਣੀਏ? ਇਸ ਅਦ੍ਰਿਸ਼ਟ ਇਲਾਹੀ ਮੰਡਲ ਦਾ ਆਨੰਦ ਇਸੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕੇਵਲ ਸਾਧ ਸੰਗਤ ਦੇ ਮੇਲ, ਗੁਰਬਾਣੀ ਦੀ ਰੌਸ਼ਨੀ, ਮਨ ਦੀ ਆਤਮਕ ਸੇਧ, ਆਤਮ ਪ੍ਰਾਇਣ ਹੋ ਕੇ ਨਾਮ ਅਭਿਆਸ ਕਰਦਿਆਂ, ਸ਼ਬਦ ਸੁਰਤ ਲਿਵਲੀਨ ਹੋ ਕੇ ਗੁਰ ਪ੍ਰਸਾਦ ਦੁਆਰਾ ਹੀ ਅਨੁਭਵ ਕੀਤਾ ਤੇ ਮਾਣਿਆ ਜਾ ਸਕਦਾ ਹੈ। ਇਸ ਬੇਗਮਪੁਰੇ ਨਿਜ ਘਰ ਦੀ ਖੋਜ ਅਤੇ ਅਨੁਭਵ ਦੀ ਪ੍ਰਾਪਤੀ ਕਰਨ ਲਈ ਗੁਰਬਾਣੀ ਇਉਂ ਗਵਾਹੀ ਕਰਦੀ ਹੈ, ਸ਼ਬਦ ਮਨ ਰੰਗਿਆ ਲਿਵ ਲਾਏ, ਨਿਜ ਘਰ ਵਸਿਆ ਪ੍ਰਭ ਕੀ ਰਜਾਏ। ਸਾਧੂ ਕੇ ਸੰਗ ਮਹਿਲ ਪਹੁੰਚੈ, ਪ੍ਰਭ ਆਪਣਾ ਹਿਰਦੇ ਧਿਆਏ, ਘਰ ਸਹੀ ਸਲਾਮਤ ਆਏ। ਮੁਕਤ ਬੈਕੁੰਠ ਸਾਧ ਕੀ ਸੰਗਤ, ਜਨ ਪਾਇਓ ਹਰ ਕਾ ਤਾਮ। ਸੋ ਇਹ ਸੀ ਥਿਰ ਕਰ। ਹੁਣ ਅਗਲਾ ਅੱਖਰ ਬੈਸੋ। ਕਹਿੰਦੇ ਸਾਡਾ ਚੰਚਲ ਮਨ ਇੱਕ ਪਲ ਵੀ ਟਿਕ ਨਹੀਂ ਸਕਦਾ। ਮਨ ਨੂੰ ਟਿਕਾਉਣ ਲਈ ਕਿਸੇ ਇੱਕ ਖਾਸ ਨੁਕਤੇ ਦੀ ਲੋੜ ਹੈ, ਇੱਕ ਪੁਆਇੰਟ ਦੀ ਲੋੜ ਹੈ ਜਿਸ ਉੱਤੇ ਇਹ ਮਨ ਧਿਆਨ ਧਰ ਕੇ ਆਪਣੀ ਬ੍ਰਿਤੀ ਸੁਰਤੀ ਨੂੰ ਟਿਕਾ ਸਕੇ। ਹੁਣ ਗੁਰਮਤਿ ਅਨੁਸਾਰ ਉਹ ਪੁਆਇੰਟ, ਉਹ ਨੁਕਤਾ ਕੀ ਹੈ? ਗੁਰ ਮੰਤਰ ਅਥਵਾ ਗੁਰ ਸ਼ਬਦ। ਚਲਾਏਮਾਨ ਮਨ ਦੇ ਸ਼ਬਦ ਉੱਤੇ ਟਿਕਣ ਲਈ, ਨਾਮ ਸਿਮਰਨ ਕਰਨ ਲਈ, ਸ਼ਬਦ ਸੁਰਤ ਦੀ ਕਮਾਈ ਲਈ ਅਤਿਅੰਤ ਦ੍ਰਿੜਤਾ ਤੇ ਉਦਮ ਦੀ ਲੋੜ ਹੈ। ਇਸ ਸਿਮਰਨ ਅਭਿਆਸ ਲਈ ਸਾਧ ਸੰਗਤ ਦੀ ਪ੍ਰੇਰਨਾ ਤੇ ਸਹਾਇਤਾ ਦੀ ਅਤਿਅੰਤ ਲੋੜ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਪ੍ਰਭ ਕਾ ਸਿਮਰਨ ਸਾਧ ਕੇ ਸੰਗ। ਨਾਨਕ ਜਪੀਐ ਮਿਲ ਸਤ ਸਾਧ ਸੰਗਤ, ਹਰ ਬਿਨ ਅਵਰ ਨਾ ਹੋਰ। ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਲਗਾਤਾਰ ਅਟੁੱਟ ਸਿਮਰਨ ਦੁਆਰਾ ਗੁਰ ਸ਼ਬਦ ਸਾਡੇ ਮਨ ਤਨ ਚਿੱਤ ਅੰਤਿਸ਼ਕਰਨ ਵਿੱਚ ਧਸ ਵਸ ਰਸ ਕੇ ਰੋਮ ਰੋਮ ਚ ਸਮਾ ਜਾਂਦਾ ਹੈ। ਕਿਵੇਂ? ਕਹਿੰਦੇ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਲਗਾਤਾਰ ਅਟੁੱਟ ਸਿਮਰਨ ਦੁਆਰਾ। ਸਾਧ ਸੰਗਤ ਮਨ ਵਸੇ, ਸਾਚ ਹਰ ਕਾ ਨਾਉ। ਮਿਲ ਸੰਗਤ ਮਨ ਨਾਮ ਵਸਾਈ, ਸੰਤ ਮੰਡਲ ਮੈਂ ਹਰ ਮਨ ਵਸੇ। ਇਸ ਤਰ੍ਹਾਂ ਆਤਮਕ ਪ੍ਰੇਮ ਸੁਪਨਾ ਦੇ ਨਾਮ ਰਸ ਅਥਵਾ ਸ਼ਬਦ ਸੁਰਤ ਵਿੱਚ ਲੀਨ ਹੋ ਕੇ ਬਿਸਮਾਦ ਹੋਣਾ। ਹਾਂਜੀ, ਸ਼ਬਦ ਸੁਰਤ ਵਿੱਚ ਲੀਨ ਹੋ ਕੇ ਬਿਸਮਾਦ ਹੋਣਾ ਹੀ ਥਿਰ ਘਰ ਬੈਸੋ ਹਰ ਜਨ ਪਿਆਰੇ ਦੇ ਉਪਦੇਸ਼ ਦਾ ਕਮਾਉਣਾ ਹੈ। ਇਹ ਉੱਚਮ ਉੱਚੀ, ਸੂਚਮ ਸੂਚੀ ਆਤਮਕ ਕਮਾਈ ਕੋਈ ਵਿਰਲੇ ਗੁਰਮੁਖ ਹਰ ਜਨ ਪਿਆਰੇ ਹੀ ਕਰਦੇ ਹਨ। ਇਸੇ ਲਈ ਇਹ ਥਿਰ ਘਰ ਬੈਸੋ ਦਾ ਉਪਦੇਸ਼ ਹਰ ਜਨ ਪਿਆਰਿਆਂ ਵੱਲ ਸੰਬੋਧਨ ਕੀਤਾ ਗਿਆ ਹੈ।
ਇਸ ਜੁਗ ਮੈਂ ਰਾਮ ਨਾਮ ਨਿਸਤਾਰਾ, ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ। ਹੁਣ ਨਿੱਕੇ ਬੱਚੇ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ। ਉਹ ਸਹਿਜ ਸੁਭਾਏ ਆਪਣੇ ਮਾਂ-ਬਾਪ ਦੇ ਆਸਰੇ ਪਲਦਾ ਹੈ। ਉਸ ਦੀ ਆਪਣੇ ਮਾਂ-ਬਾਪ ਉੱਤੇ ਹੀ ਭੋਲੇ ਭਾਏ ਸ਼ਰਧਾ ਭਾਵਨੀ ਤੇ ਟੇਕ ਹੁੰਦੀ ਹੈ। ਇਲਾਹੀ ਹੁਕਮ ਅਨੁਸਾਰ ਬੱਚੇ ਦੀ ਸੇਵਾ ਸੰਭਾਲ, ਉਹਦਾ ਪਾਲਣ ਪੋਸ਼ਣ, ਉਹਦੀ ਪਰਵਰਿਸ਼ ਦੀ ਜ਼ਿੰਮੇਵਾਰੀ ਵੀ ਮਾਂ-ਬਾਪ ਦੀ ਲੱਗੀ ਹੋਈ ਹੈ। ਬੱਚੇ ਦੇ ਭੋਲੇਪਨ ਤੇ ਸਹਿਜ ਸੁਭਾਏ ਸ਼ਰਧਾ ਭਾਵਨੀ ਦੀ ਇੱਕ ਕੁਦਰਤੀ ਖੇਲ ਹੈ। ਪਰ ਜਿਉਂ-ਜਿਉਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ ਅਤੇ ਹਉਮੈ ਵੇੜੀ ਸਿਆਣਪ ਘੋਟਦਾ ਹੈ, ਤਿਉਂ-ਤਿਉਂ ਮਾਂ ਪਿਆਰ ਦੀ ਸਰਪ੍ਰਸਤੀ ਜਾਂ ਪ੍ਰਬੰਧ ਵਿੱਚ ਵਿਘਨ ਪਾ ਕੇ ਆਪਣੀ ਹੀ ਸਿਆਣਪ 'ਚ ਕਰਮਬੱਧ ਹੁੰਦਾ ਜਾਂਦਾ ਹੈ ਤੇ ਮਾਂ ਪਿਆਰ ਦੀ ਨਿੱਘੀ ਗੋਦ ਦੇ ਸੁੱਖ ਤੇ ਆਨੰਦ ਤੋਂ ਵਾਂਝਾ ਜਾਂਦਾ ਹੈ। ਇਸੇ ਤਰ੍ਹਾਂ ਜਦ ਇਨਸਾਨ ਆਪਣੀ ਤੀਖਣ ਬੁੱਧੀ ਅਤੇ ਹਉਧਾਰੀ ਸਿਆਣਪ ਦੁਆਰਾ ਇਲਾਹੀ ਸੁਖਦਾਈ ਤੇ ਆਤਮਿਕ ਸਰਪ੍ਰਸਤੀ ਤੋਂ ਬੇਮੁਖ ਹੋ ਕੇ ਆਪਣੇ ਆਪ ਨੂੰ ਕਰਤਾ ਧਰਤਾ ਸਮਝਦਾ ਹੈ ਤਾਂ ਇਲਾਹੀ ਪਿਆਰ ਦੀ ਨਿੱਘੀ ਰੱਬੀ ਗੋਦ ਤੋਂ ਵਾਂਝਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦ ਗੁਰਮੁਖ ਜਨ ਅਥਵਾ ਹਰਜਨ ਪਿਆਰੇ ਆਪਣੀ ਕੂੜੀ ਹਉਮੈ ਅਥਵਾ ਆਪਣੀਆਂ ਸਿਆਣਪਾਂ, ਉਕਤੀਆਂ ਜੁਗਤੀਆਂ, ਇਹੜ ਤੇਹੜ, ਗਿਆਨ, ਫਿਲਾਸਫੀਆਂ, ਕਿਉਂ, ਕਿਆ, ਕੈਸੇ ਦੇ ਫਿਕਰ ਚਿੰਤਾ ਤੌਖਲੇ ਵਾਲੀ ਬੁੱਧੀ ਦੇ ਟਕੌਂਸਲੇ ਤੇ ਸਕੀਮਾਂ ਛੱਡ ਕੇ, ਕੌਣ? ਹਰਜਨ ਕਹਿੰਦੇ ਨਿੱਕੇ ਬੱਚੇ ਵਾਂਗ ਸਤਿਗੁਰੂ ਦੀ ਚਰਨ ਸ਼ਰਨ ਪ੍ਰੇਮ ਸਵੈਪਨਾ ਦੀ ਨਿੱਘੀ ਗੋਦ ਅਥਵਾ ਥਿਰ ਘਰ ਵਿੱਚ ਬੈਸ ਕੇ ਅਟੁੱਟ ਸਿਮਰਨ ਦੁਆਰਾ ਸ਼ਬਦ ਸੁਰਤ ਵਿੱਚ ਲਿਵ ਲਾਉਂਦੇ ਹਨ। ਤਦ ਸਤਿਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ, ਜਿਨ੍ਹਾਂ ਨੂੰ ਗੁਰਬਾਣੀ 'ਚ ਇਉਂ ਬਿਆਨ ਕੀਤਾ ਗਿਆ ਹੈ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ, ਬਾਦ ਸਾਹਾ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ, ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਜਦ ਹਰ ਜਨ ਸਤਿਗੁਰੂ ਦੀ ਪ੍ਰੇਮ ਸੁਪਨਾ ਦੇ ਇਲਾਹੀ ਮੰਡਲ 'ਚ ਬੇਬੀ ਵਾਂਗ ਭੋਲੇ ਭਾਏ ਵਸਦਾ ਹੈ ਤਾਂ ਸਤਿਗੁਰੂ ਉਸ ਗੁਰਮੁਖ ਰੂਹ ਨੂੰ ਇਉਂ ਪਿਆਰ ਨਾਲ ਨਿਵਾਜਦਾ ਹੈ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏਦਾ, ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ, ਗੱਲ ਸੇਤੀ ਲਾਇਕ, ਮੂੰਹ ਮੰਗਾ ਸੋਈ ਦੇਵਤਾ, ਹਰ ਪਿਤਾ ਸੁਖਦਾਇਕ। ਨਿੱਕੇ ਬੱਚੇ ਦੀ ਸੁਧਾਰਨ ਤੋਂ ਸਿੱਧ ਹੋਇਆ ਕਿ ਹਉਮੈ ਵੇੜੀ ਸਿਆਣਪ ਦੇ ਤਿਆਗਣ ਲਈ, ਸਿਆਣਪ ਤੋਂ ਉਪਜੇ ਫਿਕਰ ਚਿੰਤਾ ਚਿਖਾ ਤੋਂ ਬਚਣ ਲਈ। ਹਾਂਜੀ, ਧਿਆਨ ਦੇਣ ਯੋਗ ਹੈ, ਫਿਕਰ ਚਿੰਤਾ ਚਿਖਾ ਕਿੱਥੋਂ? ਕਹਿੰਦੇ ਸਿਆਣਪ ਤੋਂ ਉਪਜੇ ਫਿਕਰ ਚਿੰਤਾ ਚਿਖਾ ਤੋਂ ਬਚਣ ਲਈ, ਸਦੀਵੀ ਅਟਲ ਕੁਸਲ ਖੇਮ ਪ੍ਰਾਪਤ ਕਰਨ ਲਈ, ਥਿਰ ਕਰ ਬੈਸ ਕੇ ਬੇਪਰਵਾਹ ਬੇਫਿਕਰ ਹੋਣ ਲਈ, ਇਲਾਹੀ ਦਾਤਾਂ ਤੇ ਬਖਸ਼ਿਸ਼ਾਂ ਦੇ ਪਾਤਰ ਬਣਨ ਲਈ, ਆਪਣੇ ਸਾਰੇ ਦੁਨਿਆਵੀ ਤੇ ਆਤਮਿਕ ਕਾਰਜ ਸਵਾਰਨ ਲਈ, ਬੇਬੀ ਵਾਂਗ ਸਾਡੇ ਮਨ ਵਿੱਚ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਹੋਣਾ ਲਾਜ਼ਮੀ ਹੈ ਤੇ ਉਸ ਦੇ ਸਦਾ ਅੰਗ ਸੰਗੇ, ਹਾਥ ਪੈ ਨੇਰੇ ਰੱਖੇ ਜੀ ਨਾਲੇ, ਸਾਚ ਦ੍ਰਿੜਾਵੇ ਅਕਥ ਕਥਾਵੇ, ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭ ਸੁਖਨ ਕੋ ਦਾਤਾ, ਸਭ ਦੁਖਨ ਕੋ ਹੰਤਾ, ਔਗਣ ਕੋ ਨਾ ਚਿਤਾਰੇ, ਅੰਤੀ ਅਵਸਰ ਲੈ ਛਡਾਏ, ਦਇਆ ਨਿਧ ਭਗਤ ਵਛਲ, ਪ੍ਰੇਮ ਪੁਰਖ ਪ੍ਰਤਪਾਲੇ, ਨਿਤ ਸਾਰ ਸੰਭਾਲੇ, ਖੇਲ ਖਿਲਾਵੇ, ਲਾਡ ਲਡਾਵੇ, ਮਾਤ ਪਤਾਈ ਹੋਣ ਦਾ ਬੇਬੀ ਵਾਂਗ ਸਹਿਜ ਸੁਭਾਏ ਦ੍ਰਿੜ ਨਿਸ਼ਚਾ ਹੋਣਾ ਜ਼ਰੂਰੀ ਹੈ। ਐਸੇ ਭੋਲੇ ਪਾਏ ਦ੍ਰਿੜ ਵਿਸ਼ਵਾਸ ਤੋਂ ਬਗੈਰ ਅਸੀਂ ਕਦਾਚਿਤ ਥਿਰ ਘਰ ਵਿੱਚ ਬੈਸ ਨਹੀਂ ਸਕਦੇ, ਨਾ ਹੀ ਸਾਡੇ ਕਾਰਜ ਸੌਰ ਸਕਦੇ ਹਨ।
ਕਿਉਂਕਿ ਇਸ ਅਨੰਨ ਆਤਮਿਕ ਵਿਸ਼ਵਾਸ ਦੀ ਅਨਹੋਂਦ ਵਿੱਚ ਸਾਡਾ ਹੋਮੇ ਵੇੜਿਆ ਮਨ ਆਪਣੀ ਸਿਆਣਪ ਅਤੇ ਚਤੁਰਾਈਆਂ ਹੀ ਘੋਟਦਾ ਰਹੇਗਾ ਤੇ ਸਤਿਗੁਰ ਦੇ ਇਲਾਹੀ ਮਾਂ ਪਿਆਰ ਅਥਵਾ ਲਾਡਾਂ ਤੇ ਬਰਕਤਾਂ ਤੋਂ ਵਾਂਝਾ ਰਹੇਗਾ। ਗੁਰਬਾਣੀ ਵਿੱਚ ਇਨਸਾਨ ਦੀ ਇਸ ਅਦੋਗਤੀ ਨੂੰ ਇਉਂ ਦਰਸਾਇਆ ਗਿਆ ਹੈ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾਵੇ। ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਜੇਕਰ ਅਸੀਂ ਮੁੜ ਅਕਾਲ ਪੁਰਖ ਦੀ ਸੁਖਦਾਈ ਗੋਦ ਦਾ ਨਿੱਘ ਮਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਦੀ ਰੌਸ਼ਨੀ 'ਚ ਆਪਣਾ ਜੀਵਨ ਢਾਲਣਾ ਪਵੇਗਾ। ਸੁਖ ਨਾਹੀ ਰੇ ਹਰ ਭਗਤ ਬਿਨਾ, ਤਜੋ ਸਿਆਣਪ ਸੁਰਜਣੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ। ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਗੁਰੇ ਬਤਾਈ। ਪਰ ਅਸੀਂ ਆਪਣੀਆਂ ਆਦਤਾਂ, ਨਿਸ਼ਚਿਆਂ ਤੇ ਅੰਤਸ਼ਕਰਨ ਦੇ ਡੂੰਘੇ ਅਸਰ ਹੇਠ ਕਰਮਬੱਧ ਹੋ ਕੇ ਰੋਜ਼ਾਨਾ ਜੀਵਨ ਦੇ ਰੋੜ ਆਪਣੇ ਰੂਟੀਨ 'ਚ ਇਤਨੇ ਗਲਤਾਨ, ਮਸਤ ਤੇ ਗੁਆਚੇ ਰਹਿੰਦੇ ਹਾਂ ਕਿ ਪੁਰਾਣੀ ਜੀਵਨ ਪ੍ਰਣਾਲੀ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਕੋਈ ਖਿਆਲ, ਚਿਤਵਨੀ, ਕੋਈ ਚਾਉ, ਉਮਾ, ਉਦਮ ਨਹੀਂ ਆਉਂਦਾ। ਜਨਮਾਂ ਜਨਮਾਂਤਰਾਂ ਤੋਂ ਆਪਣੇ ਅੰਤਸ਼ਕਰਨ ਦੇ ਅਧੀਨ ਪੁਰਾਣੇ ਖਿਆਲਾਂ, ਨਿਸ਼ਚਿਆਂ ਦਾ ਇਤਨਾ ਅਭਿਆਸ ਕੀਤਾ ਹੋਇਆ ਹੈ ਕਿ ਹਉ ਧਾਰੀ ਭਰਮਗੜ੍ਹ ਦੇ ਘੁੰਮਣ ਘੇਰ ਵਿੱਚ ਹੀ ਪਲਚ ਪਲਚ ਕੇ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ। ਪਲਚ ਪਲਚ ਸਗਲੀ ਮੁਈ, ਝੂਠੇ ਧੰਦੇ ਮੋਹ। ਇਹਨਾਂ ਪੁਰਾਣੇ ਖਿਆਲਾਂ, ਨਿਸ਼ਚਿਆਂ, ਆਦਤਾਂ ਦੇ ਦੁਖਦਾਈ ਚੱਕਰ ਤੋਂ ਬਾਹਰ ਕਿਸੇ ਹੋਰ ਉਚੇਰੇ, ਚੰਗੇਰੇ, ਸੁਹਨੇਰੇ, ਸੁਖਦਾਈ, ਕਲਿਆਣਕਾਰੀ ਆਤਮਿਕ ਜੀਵਨ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਤਾਂਗ ਹੀ ਨਹੀਂ, ਲੋੜ ਹੀ ਨਹੀਂ। ਉਪਰਾਲਾ ਤਾਂ ਅਸੀਂ ਕੀ ਕਰਨਾ ਸੀ? ਭਾਵੇਂ ਅਸੀਂ ਹਉਮੈ ਵੇੜੀ ਪੁਰਾਣੀ ਜੀਵਨ ਪ੍ਰਣਾਲੀ 'ਚ ਵਿਚਰਦਿਆਂ ਹੋਇਆਂ ਦੁਖੀ ਹੋ ਕੇ ਹਾਲ ਦੁਹਾਈ ਵੀ ਕਰੀ ਜਾਂਦੇ ਹਾਂ, ਨਾਲ ਹੀ ਚੰਗੇਰੀ ਸੁਖਦਾਈ ਆਤਮਿਕ ਜੀਵਨ ਸੇਧ ਦੀ ਬਾਬਤ ਪੜ੍ਹਦਿਆਂ ਪੜ੍ਹਾਉਂਦਿਆਂ, ਸੁਣਦਿਆਂ ਸੁਣਾਉਂਦਿਆਂ, ਸਮਝਦਿਆਂ ਸਮਝਾਉਂਦਿਆਂ, ਇਸ ਬਾਬਤ ਗਿਆਨ ਘੋਟਦਿਆਂ, ਫਿਲਾਸਫੀਆਂ ਘੋਟਦਿਆਂ, ਵਾਹ ਵਾਹ ਕਰਦਿਆਂ, ਹਾਂਜੀ ਸਿਰ ਹਿਲਾਉਂਦਿਆਂ, ਗਦਾ ਵਿਰਾਗ ਦੇ ਹੰਝੂ ਕੇਰਦਿਆਂ, ਕਰਮ ਕਾਂਡ ਕਰਦਿਆਂ ਹੋਇਆਂ, ਪਾਠ ਪੂਜਾ ਕਰਦਿਆਂ, ਭਲੇ ਭਲੇਰੇ ਬਣਦਿਆਂ ਹੋਇਆਂ ਵੀ ਅਸੀਂ ਆਪਣੀ ਪੁਰਾਣੀ ਪ੍ਰਣਾਲੀ, ਆਪਣੇ ਓਲਡ ਰੂਟੀਨ ਨੂੰ ਛੱਡਣ ਲਈ ਤਿਆਰ ਨਹੀਂ ਹਾਂ। ਇਸੇ ਕਾਰਨ ਸਭ ਧਾਰਮਿਕ ਕਰਮ ਧਰਮ ਕਰਦਿਆਂ ਹੋਇਆਂ ਵੀ ਸਾਡੇ ਜੀਵਨ 'ਚ ਕੋਈ ਤਬਦੀਲੀ ਨਹੀਂ ਆਉਂਦੀ। ਕਿਉਂ? ਕਿਉਂਕਿ ਪੰਚਾਂ ਦਾ ਕਿਹਾ ਸਿਰ ਮੱਥੇ, ਪ੍ਰਣਾਲਾ ਉੱਥੇ ਦਾ ਉੱਥੇ, ਇਹੋ ਜਿਹੀ ਸਾਡੀ ਹਾਸੋਹੀਣੀ ਜੀਵਨ ਚਾਲ ਹੈ। ਹੁਣ ਸਵਾਲ ਇਹ ਹੈ ਕਿ ਬੇਬੀ ਵਰਗੇ ਭੋਲੇ ਪਾਏ ਵਿਸ਼ਵਾਸ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਹਾਂਜੀ, ਥਿਰ ਕਰ ਬੈਸੋ ਹਰ ਜਨ ਪਿਆਰੇ। ਇਸ ਲਈ ਅਸੀਂ ਭੋਲੇ ਪਾਏ ਬੇਬੀ ਵਾਂਗ ਰਹਿਣਾ ਹੈ। ਪਰ ਇਸ ਭੋਲੇ ਪਾਏ ਵਿਸ਼ਵਾਸ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਕਹਿੰਦੇ ਐਸਾ ਆਤਮਿਕ ਸਹਿਜ ਵਿਸ਼ਵਾਸ ਇਹ ਪੜ੍ਹਾਈਆਂ ਨਾਲ, ਦਿਮਾਗੀ ਗਿਆਨ ਨਾਲ, ਫਿਲਾਸਫੀਆਂ ਨਾਲ, ਪਾਠ ਪੂਜਾ ਨਾਲ, ਕਰਮ ਕਾਂਡਾਂ ਨਾਲ, ਯੋਗ ਸਾਧਨਾ ਨਾਲ ਬਾਹਰੋਂ ਪ੍ਰਾਪਤ ਨਹੀਂ ਹੋ ਸਕਦਾ। ਕਿਉਂਕਿ ਬਾਹਰਮੁਖੀ ਦਿਮਾਗੀ ਨਿਸ਼ਚਾ, ਸ਼ਰਧਾ, ਵਿਸ਼ਵਾਸ ਇਹ ਸਾਡੀ ਅਲਪ ਬੁੱਧੀ ਤਾਈਂ ਸੀਮਤ ਹੈ ਤੇ ਸਾਡੀ ਮਨ ਦੀ ਰੰਗਤ ਅਨੁਸਾਰ ਹਮੇਸ਼ਾ ਬਦਲਦਾ ਰਹਿੰਦਾ ਹੈ। ਇਸ ਤੇ ਉਲਟ ਆਤਮਿਕ ਸ਼ਰਧਾ, ਇਹ ਵਿਸ਼ਵਾਸ, ਇਹ ਅੰਤਰ ਆਤਮਾ ਵਿੱਚੋਂ ਅਭੋਲ ਹੀ ਸਹਿ ਸੁਭਾਏ ਫੁੱਟ ਕੇ ਉਪਜਦਾ ਹੈ। ਹਾਂਜੀ, ਇਹ ਬੇਬੀ ਵਾਂਗ ਇਹ ਵਿਸ਼ਵਾਸ ਰੱਬ ਤੇ, ਅਕਾਲ ਪੁਰਖ ਤੇ, ਕਹਿੰਦੇ ਇਹ ਅੰਦਰੋਂ ਅਭੋਲ ਸਹਿ ਸੁਭਾਏ ਫੁੱਟ ਕੇ ਉਪਜਦਾ ਹੈ, ਜੋ ਦ੍ਰਿੜ ਅਤੇ ਅਟਲ ਹੁੰਦਾ ਹੈ। ਐਸਾ ਆਤਮਿਕ ਵਿਸ਼ਵਾਸ ਕਿਵੇਂ ਪ੍ਰਫੁੱਲਤ ਹੋ ਸਕਦਾ ਹੈ? ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਮਹਾਂਪੁਰਖਾਂ, ਆਤਮ ਜੀਵਨ ਵਾਲਿਆਂ ਹਰਜਨਾਂ ਦੀ ਸੇਵਾ ਤੇ ਸੰਗਤ ਵਿੱਚ ਹੀ ਉਪਜਦਾ ਤੇ ਪ੍ਰਫੁੱਲਤ ਹੋ ਸਕਦਾ ਹੈ। ਸਾਧ ਕੇ ਸੰਗ ਲਗੇ ਪ੍ਰਭ ਮੀਠਾ, ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਸੰਗਤ ਉਪਜੈ ਵਿਸਵਾਸ, ਬਾਹਰ ਭੀਤਰ ਸਦਾ ਪ੍ਰਗਾਸ।
संत सेवा कर भावनी लाइए, त्याग मान हठीला। साध संगत बिना भाव नहीं उपजै, भाव बिन भगत नहीं होए तेरी। सत संगत मिले तां दृढ़ता आवे, हर राम नाम निस्तारे। ਉੱਪਰਲੀਆਂ ਵਿਚਾਰਾਂ ਤੋਂ ਪਤਾ ਲੱਗਾ ਕਿ ਸ੍ਰਿਸ਼ਟੀ ਵਿੱਚ ਦੋ ਅੱਡ-ਅੱਡ ਮੁਤਜ਼ਾਦ ਮੰਡਲ ਹਨ। ਇੱਕ ਹੈ ਹਉਮੈ ਵੇੜੀ ਸਿਆਣਪ ਦਾ ਮੰਡਲ, ਜਿਸ ਵਿੱਚ ਦੁੱਖ, ਕਲੇਸ਼, ਚਿੰਤਾ, ਫਿਕਰ, ਤ੍ਰਿਸ਼ਨਾ ਦੀ ਅੱਗ ਵਰਤ ਰਹੀ ਹੈ। ਦੂਸਰਾ ਨਿਜ ਘਰ ਬੇਗਮਪੁਰ ਅਥਵਾ ਅਨੁਭਵੀ ਮੰਡਲ, ਜਿਸ ਵਿੱਚ ਸਦਾ ਖੈਰ, ਸਦਾ ਸੁਖ, ਸਦਾ ਖੁਸ਼ੀ, ਪ੍ਰੀਤ, ਪ੍ਰੇਮ, ਰਸ, ਚਾਓ, ਨਾਮ ਤੇ ਸ਼ਾਂਤੀ ਵਰਤ ਰਹੀ ਹੈ। ਹੁਣ ਇਨਸਾਨ ਦੇ ਸਾਹਮਣੇ ਇਹ ਮਹੱਤਵਪੂਰਨ ਚੁਣੌਤੀ ਹੈ ਕਿ ਇਹਨਾਂ ਦੋਹਾਂ ਮੰਡਲਾਂ ਵਿੱਚੋਂ ਕਿਹੜੇ ਮੰਡਲ ਵਿੱਚ ਅਸੀਂ ਵਿਚਰਨਾ ਤੇ ਵਸਣਾ ਚਾਹੁੰਦੇ ਹਾਂ। ਹਾਂਜੀ, ਸਾਡੇ ਸਾਹਮਣੇ ਇਹ ਚੁਣੌਤੀ ਹੈ ਕਿ ਦੋਹਾਂ ਮੰਡਲਾਂ 'ਚੋਂ ਕਿਹੜੇ ਮੰਡਲ 'ਚ ਅਸੀਂ ਵਿਚਰਨਾ ਤੇ ਵਸਣਾ ਚਾਹੁੰਦੇ ਹਾਂ। ਇਸ ਚੋਣ ਦਾ ਨਿਰਣਾ, ਫੈਸਲਾ ਸਾਡੇ ਨਿਸ਼ਚਿਆਂ, ਭਾਵਨਾਵਾਂ ਤੇ ਅਨੁਭਵ ਤੇ ਨਿਰਭਰ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਲੇਖ ਨੰਬਰ 5 ਥਿਰ ਕਰ ਬੈਸੋ ਹਰ ਜਨ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।